ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਹਾਂ ਬरुण कौर मान ਹਾਜ਼ਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਇਸ ਹਫਤੇ ਅਮਰੀਕਾ 'ਚ ਝੱਖੜ ਅਤੇ ਅਸਮਾਨੀ ਬਿਜਲੀ ਨੇ ਰੱਦ ਕਰਵਾਈਆਂ 1500 ਫਲਾਈਟ। ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ, 2 ਦੀ ਮੌਤ ਤੇ 5 ਲਾਪਤਾ। ਅਮਰੀਕਾ ਨੇ ਬੈਲਾਰੂਸ ਦੇ 100 ਅਧਿਕਾਰੀਆਂ ਤੇ ਲਗਾਈਆਂ ਇਸ ਹਫਤੇ ਵੀਜ਼ਾ ਪਾਬੰਦੀਆਂ। ਕੈਨੇਡਾ 'ਚ 2022 ਵਿੱਚ 4 ਲੱਖ ਤੋਂ ਵਧੇਰੇ ਸਥਾਈ ਨਿਵਾਸੀਆਂ ਦਾ ਕਰੇਗਾ ਸਵਾਗਤ। ਕੈਨੇਡਾ 'ਚ ਚੱਕਰਾਂ 'ਚ ਪਏ ਵਰਕ ਪਰਮਿਟ 'ਚ ਵਾਧੇ ਦੀ ਉਡੀਕ 'ਚ ਬੈਠੇ ਪ੍ਰਵਾਸੀ। ਏਅਰ ਇੰਡੀਆ ਦੀ ਵੈਨਕੂਵਰ ਲਈ ਰੋਜ਼ਾਨਾ ਉਡਾਣ 31 ਤੋਂ ਸ਼ੁਰੂ ਕਰਨ ਦਾ ਕੀਤਾ ਗਿਆ ਐਲਾਨ। ਅੰਗਰੇਜ਼ੀ ਤੋਂ ਕੋਰੇ 2 ਨੌਜਵਾਨਾਂ ਨੂੰ ਕੈਨੇਡਾ ਤੋਂ ਗਿਆ ਵਾਪਸ ਮੋੜਿਆ। ਅੰਮ੍ਰਿਤਸਰ ਏਅਰਪੋਰਟ ਤੋਂ ਕੈਨੇਡਾ ਜਾਣ ਲਈ ਨਿਕਲੇ ਯਾਤਰੀ ਇਸ ਹਫਤੇ ਕਸੂਤੇ ਫਸੇ ਦਿੱਲੀ ਏਅਰਪੋਰਟ ਤੇ। ਛੋਟੀਆਂ ਕਿਸ਼ਤੀਆਂ ਵਿੱਚ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਲੋਕਾਂ ਦੀ ਗਿਣਤੀ 18,000 ਤੋਂ ਹੋ ਗਈ ਹੈ ਪਾਰ। ਵੱਡੀ ਲਾਪਰਵਾਹੀ, 45 ਮਿੰਟ ਤੱਕ ਨਾ ਪਹੁੰਚੀ ਬੱਸ ਤਾਂ ਰਨਵੇ ਤੇ ਪੈਦਲ ਚੱਲਣ ਲੱਗੇ ਸਪਾਈਸ ਜੈਟ ਦੇ ਯਾਤਰੀ, ਜਾਂਚ ਹੋ ਗਈ ਹੈ ਸ਼ੁਰੂ। ਹਾਂਗਕਾਂਗ ਜਾਣ ਵਾਲਿਆਂ ਲਈ ਕੁਆਰੰਟਾਈਨ ਨਿਯਮਾਂ ਵਿੱਚ ਹੋਈ ਹੈ ਨਰਮੀ, ਵਿਦੇਸ਼ੀਆਂ ਨੂੰ ਹੋਵੇਗਾ ਫਾਇਦਾ। ਫਲਾਈਟ ਰੱਦ ਹੋਣ ਦੇ ਬਾਵਜੂਦ ਮੁਆਵਜ਼ਾ ਦੇਣ ਤੋਂ ਮੁੱਕਰ ਰਹੀ ਹੈ ਏਅਰ ਕੈਨੇਡਾ। ਵਿਦੇਸ਼ ਤੋਂ ਆਉਣ ਵਾਲਿਆਂ ਨੂੰ ਸੁਵਿਧਾ ਪੋਰਟਲ ਤੇ ਕੋਵਿਡ ਟੀਕਾਕਰਨ ਸਰਟੀਫਿਕੇਟ ਅਪਲੋਡ ਕਰਨ ਤੋਂ ਭਾਰਤ ਵਿੱਚ ਮਿਲ ਸਕਦੀ ਹੈ ਛੋਟ। ਕੈਨੇਡਾ ਦੇ ਹਵਾਈ ਅੱਡਿਆਂ ਤੇ ਮੁਸਾਫਰਾਂ ਦੀ ਖੱਜਲ ਖੁਆਰੀ ਦੀ ਜਾਂਚ ਸ਼ੁਰੂ। ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ, ਚੀਨ ਵੱਲੋਂ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨੇਪਾਲ 'ਚ ਭਾਰਤੀ ਸੈਲਾਨੀਆਂ ਦੇ ਦਾਖਲੇ ਤੇ ਪਾਬੰਦੀ ਹੈ, 4 ਨੂੰ ਵਾਪਸ ਭੇਜਿਆ ਗਿਆ ਹੈ। ਹਵਾਈ ਯਾਤਰੀਆਂ ਲਈ ਵੱਡੀ ਖਬਰ ਹੈ, 21 ਅਗਸਤ ਤੋਂ ਹਟਾਏ ਜਾਣਗੇ 에ਅਰ ਫੇਅਰ ਕੈਪ, ਸਸਤਾ ਹੋਵੇਗਾ 에ਅਰ ਟਿਕਟ। ਅੰਮ੍ਰਿਤਸਰ ਹਵਾਈ ਅੱਡੇ ਤੇ ਜਹਾਜ਼ ਖੜੇ ਕਰਨ ਲਈ 10 ਨਵੇਂ 에ਅਰ ਪਾਰਕਿੰਗ ਤਿਆਰ। ਭਾਰਤੀਆਂ ਲਈ ਚੰਗੀ ਖਬਰ, UAE ਤੋਂ ਭਾਰਤ ਲਈ ਹਵਾਈ ਕਿਰਾਏ 'ਚ ਭਾਰੀ ਗਿਰਾਵਟ। ਯਾਤਰੀਆਂ ਲਈ ਖਾਸ ਖਬਰ, ਅਗਲੇ ਮਹੀਨੇ ਅੰਮ੍ਰਿਤਸਰ ਤੋਂ ਕੁਆਲਨਪੁਰ ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂ। ਗ੍ਰੀਸ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਡੁੱਬਣ ਕਾਰਨ ਦਰਜਨਾਂ ਲੋਕ ਲਾਪਤਾ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਤਾਂ ਪੂਰੇ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦਾ ਹੁਣ ਵਿਸਤਾਰ ਕਰਦੇ ਹਾਂ ਸ਼ੁਰੂ। ਅਮਰੀਕਾ ਦੇ ਪੂਰਬੀ ਰਾਜਾਂ ਵਿੱਚ ਲਗਾਤਾਰ ਦੂਜੇ ਦਿਨ ਤੇਜ਼ ਝੱਖੜ ਅਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਕਾਰਨ 1500 ਤੋਂ ਵੱਧ ਫਲਾਈਟਸ ਇਸ ਹਫ਼ਤੇ ਰੱਦ ਕਰਨੀਆਂ ਪਈਆਂ ਤੇ 7,500 ਤੋਂ ਵੱਧ ਉਡਾਣਾਂ ਤੈਅ ਸਮੇਂ ਤੋਂ ਦੇਰੀ ਨਾਲ ਰਵਾਨਾ ਹੋਈਆਂ। ਨਿਊਯਾਰਕ ਸਿਟੀ, ਵਾਸ਼ਿੰਗਟਨ DC, ਬੋਸਟਨ, ਫਿਲਾਡੈਲਫੀਆ, ਬਾਲਟੀਮੋਰ ਅਤੇ ਡੈਨਵਰ ਦੇ ਹਵਾਈ ਅੱਡਿਆਂ ਤੇ ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਮੁਸਾਫਰ ਫਸ ਗਏ। ਫਲਾਈਟ ਅਵੇਅਰ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਨ ਏਅਰਲਾਈਨਸ ਨੇ 250 ਫਲਾਈਟਸ ਰੱਦ ਕੀਤੀਆਂ, ਜਦਕਿ ਸਾਊਥ ਵੈਸਟ ਏਅਰਲਾਈਨਸ ਨੇ 370 ਉਡਾਣਾਂ ਰੱਦ ਹੋਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਫਲੋਰੀਡਾ ਕੀਜ਼ ਦੇ ਤੱਟ ਤੇ ਇੱਕ ਕਿਸ਼ਤੀ ਡੁੱਬ ਗਈ, ਜਿਸ ਵਿੱਚ ਸਵਾਰ ਇਸ ਹਫ਼ਤੇ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਲਾਪਤਾ ਹੋ ਗਏ। ਦੱਸਿਆ ਜਾ ਰਿਹਾ ਕਿ ਇਸ ਕਿਸ਼ਤੀ ਦੇ ਦਰਜਨ ਤੋਂ ਵੱਧ ਪ੍ਰਵਾਸੀ ਸਵਾਰ ਸੀ, ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। US ਕੋਸਟ ਗਾਰਡ ਨੇ ਸ਼ੁੱਕਰਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕਿਸ਼ਤੀ ਵਿੱਚ ਕੁੱਲ 15 ਲੋਕ ਸਵਾਰ ਸੀ, ਜਿਨ੍ਹਾਂ ਵਿੱਚੋਂ 8 ਨੂੰ ਬਚਾ ਲਿਆ ਗਿਆ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਪ੍ਰਵਾਸੀ ਅਸਲ ਵਿੱਚ ਕਿਸ ਦੇਸ਼ ਦੇ ਸਨ। ਰਿਲੀਜ਼ ਦੇ ਅਨੁਸਾਰ ਸ਼ੂਗਰਫੋਲਡ ਕੀਜ਼ ਤੋਂ ਲਗਭਗ 23 ਕਿਲੋਮੀਟਰ ਦੱਖਣ ਵਿੱਚ ਇੱਕ ਕਿਸ਼ਤੀ ਦੇ ਪਲਟਣ ਦੀ ਖਬਰ ਸ਼ੁੱਕਰਵਾਰ ਸਵੇਰੇ 10 ਵਜੇ ਤੱਟ ਰੱਖਿਅਕਾਂ ਨੂੰ ਪਹੁੰਚੀ। ਕੋਸਟ ਗਾਰਡ ਨੇ ਕਿਹਾ ਕਿ ਰਾਇਲ ਕੈਰੀਬੀਅਨ ਕਰੂਜ਼ ਸਮੁੰਦਰੀ ਜਹਾਜ਼ ਮਰੀਨਰ ਆਫ ਦਾ ਸੀਜ਼ ਨੇ 8 ਲੋਕਾਂ ਨੂੰ ਡੁੱਬਣ ਤੋਂ ਬਚਾਇਆ ਹੈ। 7ਵੇਂ ਕੋਸਟ ਗਾਰਡ ਡਿਸਟ੍ਰਿਕਟ ਦੇ ਕਮਾਂਡਰ ਰੀਅਰ ਨੇ ਕਿਹਾ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਲਾਪਤਾ ਲੋਕਾਂ ਦੀ ਭਾਲ ਵੀ ਜਾਰੀ ਹੈ। ਇਹ ਘਟਨਾ ਸਮੁੰਦਰੀ ਰਸਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨੂੰ ਦਰਪੇਸ਼ ਖਤਰਿਆਂ ਨੂੰ ਦਰਸਾਉਂਦੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਰਾਸ਼ਟਰਪਤੀ ਘੋਸ਼ਣਾ ਦੇ ਅਨੁਸਾਰ ਬੈਲਾਰੂਸ ਵਿੱਚ ਲੋਕਤੰਤਰੀ ਸੰਸਥਾਵਾਂ ਨੂੰ ਨਜ਼ਰਅੰਦਾਜ਼ ਕਰਨ, ਨੁਕਸਾਨ ਪਹੁੰਚਾਉਣ ਅਤੇ ਲੋਕਤੰਤਰ ਦੇ ਪ੍ਰਸਾਰ ਵਿੱਚ ਰੁਕਾਵਟ ਪਾਉਣ 'ਚ ਸ਼ਾਮਲ 100 ਅਧਿਕਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਤੇ ਵੀਜ਼ਾ ਪਾਬੰਦੀਆਂ ਲਗਾਉਣ ਲਈ ਕਦਮ ਚੁੱਕਣ ਦਾ ਐਲਾਨ ਕਰ ਰਹੇ ਹਾਂ। ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਵਿੱਚ ਰੁਜ਼ਗਾਰ ਅਤੇ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਕਿ PR ਦੀ ਭਾਲ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਦੇਸ਼ ਵਿੱਚ ਇਸ ਸਮੇਂ 10 ਲੱਖ ਨੌਕਰੀਆਂ ਨੇ। ਮਈ 2022 ਲਈ ਕਿਰਤ ਫੋਰਸ ਸਰਵੇਖਣ ਦੇ ਦੁਆਰਾ ਦਰਸਾਏ ਗਏ ਅੰਕੜਿਆਂ ਵਿੱਚ ਘੱਟ ਬੇਰੁਜ਼ਗਾਰੀ ਦਰ ਨਾਲ ਉੱਚ ਨੌਕਰੀ ਦੀ ਖਾਲੀ ਦਰ ਬਹੁਤ ਸਾਰੇ ਖੇਤਰਾਂ ਵਿੱਚ ਕਾਮਿਆਂ ਦੀ ਵੱਧ ਰਹੀ ਘਾਟ ਵੱਲ ਇਸ਼ਾਰਾ ਕਰਦੀ ਹੈ। ਆਉਣ ਵਾਲੇ ਦਿਨਾਂ ਵਿੱਚ ਦੇਸ਼ ਨੂੰ ਹੋਰ ਪ੍ਰਵਾਸੀਆਂ ਨੂੰ ਸੱਦਾ ਦੇਣ ਲਈ ਮਜਬੂਰ ਕਰੇਗੀ। ਇਕੱਲੇ 2022 ਵਿੱਚ ਦੇਸ਼ ਵਿੱਚ 4,30,000 ਤੋਂ ਵੱਧ ਸਥਾਈ ਨਿਵਾਸੀਆਂ ਨੂੰ ਸੱਦਾ ਦੇਣ ਲਈ ਤਿਆਰ ਹੈ, ਜਦੋਂ ਕਿ 2024 ਵਿੱਚ ਇਸ ਦਾ ਟੀਚਾ 4,50,000 ਨੂੰ ਸੱਦਾ ਦੇਣ ਦਾ ਹੈ। ਰੋਜ਼ਗਾਰ, ਤਨਖਾਹ ਅਤੇ ਘੰਟੇ ਸਰਵੇਖਣ ਨੇ ਦਿਖਾਇਆ ਹੈ ਕਿ 26,000 ਨੌਕਰੀਆਂ ਹੁਣ ਤਨਖਾਹ ਤੇ ਨਹੀਂ ਹਨ,
ਜੀ हाँ, ओंटारियो ਅਤੇ ਮੈਨੀਟੋਬਾ ਵਿੱਚ ਸਭ ਤੋਂ ਵੱਡੀ ਕਮੀ ਦੇਖੀ ਗਈ ਹੈ। ਰਿਪੋਰਟ ਦੇ ਅਨੁਸਾਰ ओंटारियो ਵਿੱਚ ਇਸ ਸਮੇਂ 30,000 ਨੌਕਰੀਆਂ ਨੇ, ਜਦਕਿ ਮੈਨੀਟੋਬਾ ਵਿੱਚ 2500 ਖਾਲੀ ਨੇ। ਰਿਪੋਰਟ ਦੇ ਆਧਾਰ ਤੇ ਮਈ 2021 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਵਿੱਚ ਆਪਣੇ ਮਾਲਕ ਤੋਂ ਤਨਖਾਹ ਜਾਂ ਲਾਭ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਦੌਰਾਨ ਜਿਨ੍ਹਾਂ ਖੇਤਰਾਂ ਵਿੱਚ ਰੋਜ਼ਗਾਰ ਵਿੱਚ ਵੱਡੀ ਕਮੀ ਆਈ ਹੈ ਉਹ ਸੇਵਾ ਉਤਪਾਦਕ ਖੇਤਰ ਨੇ, ਜਿਵੇਂ ਕਿ ਵਿਦਿਅਕ ਸੇਵਾਵਾਂ, ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ। ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਸੈਕਟਰਾਂ ਵਿੱਚ ਤਨਖਾਹਾਂ ਤੇ 17,000 ਤੋਂ ਵੱਧ ਨੌਕਰੀਆਂ ਦਾ ਨੁਕਸਾਨ ਹੋਇਆ। ਖੇਤਰ ਦੇ ਸਾਰੇ ਉਦਯੋਗਾਂ ਵਿੱਚ ਉਸਾਰੀ 'ਚ ਨੌਕਰੀਆਂ ਵਿੱਚ ਵੀ ਮਹੱਤਵਪੂਰਨ ਕਮੀ ਆਈ ਹੈ। ਮਈ ਵਿੱਚ 17,500 ਤੋਂ ਵੱਧ ਨੌਕਰੀਆਂ ਖਤਮ ਹੋ ਗਈਆਂ ਨੇ, ਜੋ ਜੁਲਾਈ 2021 ਤੋਂ ਬਾਅਦ ਪਹਿਲੀ ਵਾਰ ਗਿਰਾਵਟ ਹੈ। ओंटारियो ਦੇ ਪ੍ਰਚੂਨ ਵਪਾਰ ਖੇਤਰ ਵਿੱਚ ਰੋਜ਼ਗਾਰ 'ਚ ਦੇਸ਼ ਦੀ ਸਭ ਤੋਂ ਵੱਡੀ ਕਮੀ ਦੀ ਵੀ ਰਿਪੋਰਟ ਕੀਤੀ ਗਈ ਹੈ। ਪ੍ਰਚੂਨ ਵਪਾਰ ਕਾਰੋਬਾਰਾਂ ਵਿੱਚ ਤਨਖਾਹਾਂ 'ਚ ਕਟੌਤੀ ਦਾ ਇਹ ਲਗਾਤਾਰ ਦੂਜਾ ਮਹੀਨਾ ਹੈ। ਹਰੇਕ ਪ੍ਰਾਂਤ ਵਿੱਚ ਵਿਕਾਸ ਦਰਸਾਉਣ ਵਾਲਾ ਇੱਕਮਾਤਰ ਖੇਤਰ ਪੇਸ਼ੇਵਰ ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਖੇਤਰ ਸੀ, ਜਿਸ ਵਿੱਚ 10,000 ਤੋਂ ਵੱਧ ਨੌਕਰੀਆਂ ਦਾ ਲਾਭ ਦੇਖਿਆ ਗਿਆ। ਮੁੱਖ ਤੌਰ ਤੇ ਤਕਨੀਕੀ ਕਿੱਤਿਆਂ ਜਿਵੇਂ ਕਿ ਕੰਪਿਊਟਰ ਸਿਸਟਮ ਡਿਜ਼ਾਈਨ ਅਤੇ ਸੰਬੰਧਿਤ ਸੇਵਾਵਾਂ। ਸਰਵੇਖਣ ਦੇ ਅਨੁਸਾਰ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਖੇਤਰਾਂ ਵਿੱਚ ਵੀ ਨੌਕਰੀ ਦੀਆਂ ਖਾਲੀ ਅਸਾਮੀਆਂ ਦੀ ਦਰ ਤੇਜ਼ੀ ਨਾਲ ਵੱਧ ਕੇ 1,43,000 ਹੋ ਗਈ ਹੈ। ਅਪ੍ਰੈਲ ਵਿੱਚ ਖਾਲੀ ਅਸਾਮੀਆਂ ਦੀ ਦਰ ਦੇ ਮੁਕਾਬਲੇ 'ਚ ਇਹ ਇੱਕ ਮਹੱਤਵਪੂਰਨ ਵਾਧਾ ਹੈ, ਜੋ ਮਈ 2021 ਦੇ ਮੁਕਾਬਲੇ 5.4% ਅਤੇ 20% ਵੱਧ ਸੀ। ਨੋਵਾ ਸਕੋਸ਼ੀਆ ਤੇ ਮੈਨੀਟੋਬਾ ਦੋਵਾਂ 'ਚ ਮਈ 'ਚ ਨੌਕਰੀਆਂ ਦੀਆਂ ਖਾਲੀ ਅਸਾਮੀਆਂ ਦੀ ਦਰ 10% ਤੋਂ ਵੱਧ ਸੀ। ਮੁੱਖ ਤੌਰ ਤੇ ਹਾਊਸਿੰਗ ਅਤੇ ਫੂਡ ਸਰਵਿਸਿਜ਼ ਸੈਕਟਰ, ਜਿਸ ਵਿੱਚ 1,61,000 ਨੌਕਰੀਆਂ ਦੀਆਂ ਅਸਾਮੀਆਂ ਰਿਪੋਰਟ ਕੀਤੀਆਂ ਗਈਆਂ ਨੇ। ਕੈਨੇਡਾ ਵਿੱਚ ਵਰਕ ਪਰਮਿਟ 'ਚ ਵਾਧੇ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਵਿਭਾਗ ਦੀ ਗਲਤੀ ਨੇ ਚੱਕਰਾਂ 'ਚ ਪਾ ਦਿੱਤਾ ਹੈ। ਦਰਅਸਲ IRCC ਨੇ ਬੀਤੇ ਦਿਨੀ ਵਰਕ ਪਰਮਿਟ ਵਿੱਚ ਵਾਧੇ ਦੀਆਂ ਅਪਰੂਵਲ ਭੇਜੀਆਂ ਸਨ, ਜੋ ਕਿ ਗਲਤ ਈਮੇਲ ਐਡਰੈਸ ਤੇ ਚਲੀਆਂ ਗਈਆਂ। ਇਸ ਕਾਰਨ ਬਹੁਤ ਸਾਰੇ ਲੋਕ ਪਰੇਸ਼ਾਨੀ 'ਚ ਪੈ ਗਏ। ਹਾਲਾਂਕਿ ਹੁਣ ਵਿਭਾਗ ਨੇ ਇਸ ਗਲਤੀ ਨੂੰ ਮੰਨਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਬੰਧਿਤ ਉਮੀਦਵਾਰਾਂ ਨੂੰ ਦੁਬਾਰਾ ਈਮੇਲ ਭੇਜੇਗਾ। ਇਸ ਦੇ ਲਈ ਉਹਨਾਂ ਨੂੰ ਉਡੀਕ ਕਰਨੀ ਪਏਗੀ। ਵਿਭਾਗ ਦੀ ਗਲਤੀ ਕਾਰਨ ਕਿਵੇਂ ਪਰੇਸ਼ਾਨ ਹੋ ਰਹੇ ਨੇ ਲੋਕ। ਅਸਲ ਦੇ ਵਿੱਚ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਬੀਤੇ ਦਿਨੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਸੀ, ਜਿਨ੍ਹਾਂ ਵਿੱਚ ਕਿਹਾ ਗਿਆ ਸੀਗਾ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਧਾਰਕ ਜਿਨ੍ਹਾਂ ਦੇ ਪਰਮਿਟ ਦੀ ਮਿਆਦ ਖਤਮ ਹੋ ਚੁੱਕੀ ਹੈ ਜਾਂ ਖਤਮ ਹੋਣ ਜਾ ਰਹੀ ਹੈ, ਉਹ ਇਸ ਵਿੱਚ ਵਾਧਾ ਕਰਵਾ ਸਕਦੇ ਨੇ। ਪਰ ਇਸ ਦੇ ਲਈ ਯੋਗ ਉਮੀਦਵਾਰਾਂ ਨੂੰ ਈਮੇਲ ਭੇਜੀ ਜਾਏਗੀ। ਪਰ ਵਰਕ ਪਰਮਿਟ ਵਿੱਚ ਵਾਧੇ ਦੀਆਂ ਅਪਰੂਵਲ ਗਲਤ ਈਮੇਲ ਐਡਰੈਸ ਤੇ ਭੇਜ ਦਿੱਤੀਆਂ ਗਈਆਂ, ਜਿਸ ਕਾਰਨ ਬਹੁਤ ਸਾਰੇ ਲੋਕ ਪਰੇਸ਼ਾਨੀ 'ਚ ਫਸ ਗਏ। ਏਅਰ ਇੰਡੀਆ ਨੇ 31 ਅਗਸਤ ਤੋਂ ਦਿੱਲੀ ਤੋਂ ਵੈਨਕੂਵਰ ਵਿਚਕਾਰ ਰੋਜ਼ਾਨਾ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਕਿਹਾ ਕਿ ਉਹਨਾਂ ਦੇ 10 ਵੱਡੇ ਜਹਾਜ਼ ਅਗਲੇ ਵਰ੍ਹੇ ਦੇ ਸ਼ੁਰੂ 'ਚ ਮੁੜ ਤੋਂ ਉਡਾਣ ਭਰਨਾ ਸ਼ੁਰੂ ਕਰ ਦੇਣਗੇ। ਇਹਨਾਂ ਜਹਾਜ਼ਾਂ ਦੇ ਇੰਧਨ ਟੈਂਕ ਵੱਡੇ ਨੇ, ਜਿਸ ਕਾਰਨ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ਦੇ ਲੰਬੇ ਸਫ਼ਰ ਲਈ ਇਹਨਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏਅਰ ਇੰਡੀਆ ਦੇ ਬਿਆਨ 'ਚ ਕਿਹਾ ਗਿਆ ਕਿ ਉਹਨਾਂ ਦੇ ਬੇੜੇ 'ਚ 43 ਵੱਡੇ ਜਹਾਜ਼ ਨੇ, ਜਿਨ੍ਹਾਂ 'ਚੋਂ 33 ਉਡਾਣਾਂ ਭਰ ਰਹੇ ਨੇ। ਮੌਜੂਦਾ ਸਮੇਂ 'ਚ ਦਿੱਲੀ ਤੋਂ ਵੈਨਕੂਵਰ ਵਿਚਕਾਰ ਹਫ਼ਤੇ 'ਚ ਕੇਵਲ 3 ਉਡਾਣਾਂ ਹੀ ਨੇ। ਏਅਰ ਇੰਡੀਆ ਦੇ CMD ਕੈਂਪਬੇਲ ਵਿਲਸਨ ਨੇ ਬਿਆਨ 'ਚ ਕਿਹਾ ਕਿ ਦਿੱਲੀ ਵੈਨਕੂਵਰ ਰੂਟ ਤੇ ਮੁਸਾਫਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਕੌਮੀ ਪੱਧਰ ਤੇ ਏਅਰ ਇੰਡੀਆ ਦੀਆਂ ਉਡਾਣਾਂ ਬਹਾਲ ਕਰਨ ਵਾਲੇ ਪਹਿਲਾ ਕਦਮ ਹੈ। ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਐਤਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ਤੇ ਫਸ ਗਏ। ਦਰਅਸਲ ਏਅਰ ਵਿਸਤਾਰਾ ਦੀ ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ ਨੂੰ ਕਰੀਬ 40 ਮਿੰਟ ਲੱਗ ਗਏ, ਜਿਸ ਕਾਰਨ ਕੈਥੇ ਪੈਸੀਫਿਕ ਦੀ ਕਨੈਕਟਡ ਫਲਾਈਟ ਨੇ ਯਾਤਰੀਆਂ ਨੂੰ ਵੈਨਕੂਵਰ ਲਿਜਾਣ ਤੋਂ ਇਨਕਾਰ ਕਰ ਦਿੱਤਾ। ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਅੰਮ੍ਰਿਤਸਰ ਤੋਂ ਲਗਭਗ 45 ਯਾਤਰੀ ਏਅਰ ਵਿਸਤਾਰਾ ਦੀ ਫਲਾਈਟ ਨੰਬਰ UK 692 ਰਾਹੀਂ ਦਿੱਲੀ ਲਈ ਰਵਾਨਾ ਹੋਏ। ਇਨ੍ਹਾਂ ਯਾਤਰੀਆਂ ਨੇ ਕੈਥੇ ਪੈਸੀਫਿਕ ਲਈ ਜੁੜੀ ਫਲਾਈਟ ਫੜਨੀ ਸੀ, ਜਿਨ੍ਹਾਂ ਨੇ ਸ਼ਾਮ 7 ਵਜੇ ਦੇ ਕਰੀਬ ਵੈਨਕੂਵਰ ਲਈ ਰਵਾਨਾ ਹੋਣਾ ਸੀ, ਪਰ ਅੰਮ੍ਰਿਤਸਰ ਤੋਂ ਹੀ ਅੱਧਾ ਘੰਟਾ ਦੇਰੀ ਨਾਲ ਉਸ ਫਲਾਈਟ ਨੇ ਉਡਾਣ ਭਰੀ, ਜਿਸ ਤੋਂ ਬਾਅਦ ਯਾਤਰੀਆਂ ਨੂੰ ਦਿੱਲੀ ਪਹੁੰਚ ਕੇ ਅਗਲੀ ਕਨੈਕਟਡ ਫਲਾਈਟ ਨਾਲ ਸੰਪਰਕ ਕਰਨ ਵਿੱਚ ਸਮਾਂ ਲੱਗ ਗਿਆ। ਪਰ ਜਦੋਂ 45 ਯਾਤਰੀ ਕੈਥੇ ਪੈਸੀਫਿਕ ਦੇ ਸਟਾਫ ਨਾਲ ਮਿਲੇ ਤਾਂ ਉਹਨਾਂ ਨੇ ਦੇਰੀ ਕਾਰਨ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ। ਦੇਰ ਰਾਤ ਭਟਕਣ ਤੋਂ ਬਾਅਦ ਜਦੋਂ ਯਾਤਰੀਆਂ ਨੂੰ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਉਹਨਾਂ ਨੇ ਭਾਰਤ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ
ਤੋਂ ਮਦਦ ਦੀ ਅਪੀਲ ਵੀ ਕੀਤੀ। यात्रियों ने दोष लगाया कि ना तो एयर विस्तारा ते ना ही कैथे पैसिफिक का स्टाफ उन्होंने मदद कर रहा। सारे यात्रियों ने टिकटों लिए लगभग 2-2 लाख रुपए खर्च किए ने। दिल्ली एयरपोर्ट से रात के हंगामे तो बाद एयर विस्तारा ने यात्रियों की रिहाइश का प्रबंध किया। यात्रियों ने फोन पर दस्सिया कि एयर विस्तारा हुण उन्होंने वैनकूवर भेजण का प्रबंध कर रहा। कुछ नूं फ्लाइट 'च शिफ्ट भी कर दिता गया सी ते कुछ नूं होर फ्लाइट की जगह भी दे दी गई सी। जी हाँ, यात्रियों के हंगामे तो बाद एयरलाइनस नूं यात्रियों के ठहरन का प्रबंध भी करना पिया सी। ब्रिटेन के रक्षा मंत्रालय वालों ऐतवार नूं प्रकाशित अंकड़ियां के मुताबक इस साल हुण तक इंग्लिश चैनल नूं पार करन वाले लोगों की कुल गिणती 18,000 तो पार हो गई है। DPA न्यूज़ एजेंसी की रिपोर्ट के मुताबक शनिवार नूं 337 लोगों ने 10 छोटियां किश्तियां विच चैनल पार किया, जिस नाल इस साल ब्रिटेन विच लिआंदे गए लोगों की कुल गिणती 18,108 हो गई है। सीमा बल द्वारा 696 लोगों को बचाए जाण अते 1 अगस्त को किनारे ते लियाउण तो 5 दिन बाद यह रिकॉर्ड टुट गया, जो इस साल हुण तक चैनल क्रॉसिंग लई सब तो व्यस्त दिन सी। MOD के आरजी अंकड़ियां का PA विश्लेषण दर्शाउंदा है कि अगस्त विच हुण तक 1709 लोगों को ब्रिटेन लिआंदा गया है। यह अगस्त 2021 विच बचाए गए 3053 लोगों को अद्धे तो वध ने और बहुत सारे लोगों को डोवर विच कंढे ते लिआंदा गया। हालांकि बहुत सारे जिन्हां विच 1 अगस्त को किनारे ते लिआंदा गया सी नूं डोवर बंदरगाह के आले दुआले पहाड़े अते छुट्टियां मनाउण वाले ट्रैफिक कारण होण वाली भीड़ की चिंता कारण राम्स गेट्स की बंदरगाह ते लिजाया गया सी। 2022 विच हुण तक क्रॉसिंग लई सब तो व्यस्त हफ्ता 19 अप्रैल तक का हफ्ता सी, जदों 2076 लोगों ने चैनल के पार खतरनाक सफर किया। हालांकि ये संभावित तौर पर अगले हफ्ते तक जारी रहेगा। मौसम दफ्तर ने गर्म मौसम की पुष्टि की है ते कहा कि इंग्लैंड के दक्षिण पूरब विच शांत हवावां जारी रहने की भी संभावना है। पिछले हफ्ते स्पाइस जेट की हैदराबाद तो दिल्ली फ्लाइट तो उतरन वाले कई यात्री रात को एयरपोर्ट के रनवे ते पैदल चलन लगे, क्योंकि एयरलाइन नूं उन्हां नूं टर्मिनल ते लैके जाण च करीब 45 मिनट का समा लगा, पर हुण तक कोई भी बस मुहैया नहीं करवाई जा सकी। सूत्रों के मुताबक हवाबाजी रेगूलेटर डायरैक्टर जनरल ऑफ सिविल एविएशन घटना की जांच कर रहा। हालांकि स्पाइस जेट ने कहा कि बसां दे आउण च थोड़ी देरी हुई है, पर उन्हां दे आउण तो बाद सारे यात्रियों नूं टर्मिनल बिल्डिंग च लिजाया गया, जिन्हां चों यात्री भी शामिल सन जो हवाई अड्डे नूं जांदी सड़क ते पैदल चलन लगे। स्पाइस जेट ने कहा कि साडे स्टाफ दे बार-बार बेनती करन दे बावजूद कुछ यात्री टर्मिनल वाल तुर पए। जदों बसां आईयां तो कुछ मीटर ही तुरे होणगे। उस समेत सारे यात्रियों नूं बसां राहीं टर्मिनल की इमारत तक पहुंचाया गया। दिल्ली हवाई अड्डे के रनवे खेतर विच यात्रियों नूं सड़क ते चलण की आग्या नहीं है, क्योंकि इस नाल सुरक्षा लई खतरा पैदा हो सकता है। रनवे रोड केवल वाहनों लई चिंतित सड़क हुंदी है, इसलिए एयरलाइनस यात्रियों नूं जहाज़ तो टर्मिनल जां टर्मिनल तो जहाज़ तक ले जाण लई बसां की वरतों करदियां ने। फिलहाल स्पाइस जेट DGCA के आदेशों के अनुसार अपणियां 50% तो वध उड़ाणा नहीं चला रहा। DGCA ने जुलाई में अपनियां उड़ाणा ते 8 हफ्तियां की पाबंदी लगाई सी, क्योंकि 19 जून तो 5 जुलाई तक इसके जहाज़ विच तकनीकी खराबी दीयां घट्टो घट्ट 8 घटनावां हुईयां सन। सूत्रों ने दस्सिया कि स्पाइस जेट की हैदराबाद दिल्ली फ्लाइट शनिवार रात 11:24 ते अपनी मंजिल ते पहुंची। उन्होंने कहा कि एक बस तुरंत आई और कुछ यात्रियों को टर्मिनल 3 तक लै गई। सूत्रों ने दस्सिया कि बाकी यात्री करीब 45 मिनट तक इंतजार करते रहे ते जदों उन्होंने कोई बस आउंदी दिखाई नहीं दिती तो टर्मिनल वाल तुर पए। हांगकांग सरकार ने ऐलान किया है कि इंटरनैशनल खेतरां ते ताइवान तो आने वाले विदेशी लोगों लिए क्वारंटाइन की नवीं म्याद 12 अगस्त तो शुरू हो रही है। 7 दिनों के होटल क्वारंटाइन नूं घटा के 3 तो 4 कर दिता जाएगा। मतलब कि 3 दिनों लिए निर्धारित होटल क्वारंटाइन अते घरां जां होर होटल 4 दिनों की मैडिकल निगरानी की जाएगी। इस तो इलावा कोरोना नैगेटिव वालियां नूं एक पीला सेहत कोड दिता जाएगा। होम क्वारंटाइन दौरान वो अपने घरां नूं छड्ड सकते हैं, पर उन्होंने रेस्टोरेंट्स, बार, फिटनेस केंद्रां, मनोरंजन स्थानां, ब्यूटी पार्लर्स, रिहायशी देखभाल घरां, स्कूल, मैडिकल केंद्रां आदि समेत निर्धारित इमारतां विच दाखिल होने की आग्या नहीं है। उन्होंने बिना मास्क के समागम विच शामिल होने की भी आग्या नहीं दी जाएगी। ਐਨ मौके ਤੇ फ्लाइट रद्द ਕਰਨ ਦੇ ਬਾਵਜੂਦ 에ਅਰ ਕੈਨੇਡਾ ਵੱਲੋਂ ਮੁਸਾਫਰਾਂ ਨੂੰ ਨਿਯਮਾਂ ਮੁਤਾਬਕ ਮੁਆਵਜ਼ਾ ਦੇਣ ਤੋਂ ਇਨਕਾਰ ਕਰਦਿਆਂ ਸਾਰਾ ਦੋਸ਼ ਸੁਰੱਖਿਆ ਕਾਰਨਾਂ ਦੇ ਸਿਰ ਮੜਿਆ ਜਾ ਰਿਹਾ। उधर कैनेडियन ट्रांसपोर्टेशन एजेंसी ने कहा कि एयरलाइनस विच स्टाफ की कमी नूं सुरक्षा का मसला नहीं मन्निया जा सकता, पर जो भी होवे मुसाफर विचारे ठगे महसूस कर रहे हैं।
ਮਿਸਾਲ ਦੇ ਤੌਰ ਤੇ ਇੱਕ ਮੁਸਾਫਰ ਤੋਂ ਕੈਲਗਰੀ ਜਾਣਾ ਸੀ, ਪਰ ਤੈਅ ਸਮੇਂ ਤੋਂ 4 ਘੰਟੇ ਪਹਿਲਾਂ ਫਲਾਈਟ ਰੱਦ ਕਰ ਦਿੱਤੀ ਗਈ। ਏਅਰ ਕੈਨੇਡਾ ਨੇ ਉਸ ਸ਼ਖਸ ਦੀ ਟਿਕਟ 2 ਦਿਨ ਬਾਅਦ ਜਾਣ ਵਾਲੇ ਜਹਾਜ਼ ਵਿੱਚ ਬੁੱਕ ਕਰਵਾ ਦਿੱਤੀ। ਕੇਂਦਰ ਸਰਕਾਰ ਅਜਿਹੀ ਵਿਵਸਥਾ ਨੂੰ ਹਟਾਉਣ ਤੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ, ਜਿਸ ਨਾਲ ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰਤ ਆਉਣ ਤੋਂ ਪਹਿਲਾਂ ਏਅਰ ਸੁਵਿਧਾ ਪੋਰਟਲ ਤੇ ਆਪਣਾ ਕੋਵਿਡ ਟੀਕਾਕਰਨ ਸਰਟੀਫਿਕੇਟ ਜਾਂ ਨੈਗੇਟਿਵ RT-PCR ਟੈਸਟ ਰਿਪੋਰਟ ਅਪਲੋਡ ਕਰਨਾ ਜ਼ਰੂਰੀ ਹੈ। ਸੂਤਰਾਂ ਨੇ ਦੱਸਿਆ ਕਿ ਪੋਰਟਲ ਤੇ ਸਵੈ ਘੋਸ਼ਣਾ ਫਾਰਮ ਆਨਲਾਈਨ ਭਰਨ ਦੀ ਮੌਜੂਦ ਵਿਵਸਥਾ ਜਾਰੀ ਰਹੇਗੀ। ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਸਣੇ ਕੈਨੇਡਾ ਦੇ ਸਾਰੇ ਹਵਾਈ ਅੱਡਿਆਂ ਤੇ ਯਾਤਰੀਆਂ ਨੂੰ ਪਿਛਲੇ 4 ਮਹੀਨੇ ਤੋਂ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਫੈਡਰਲ ਸਰਕਾਰ ਵੱਲੋਂ ਹੁਣ ਹਾਊਸ ਆਫ ਕਾਮਨਸ ਟਰਾਂਸਪੋਰਟ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ, ਜਿਸ ਨੇ ਜਵਾਬਦੇਹੀ ਲਈ ਟਰਾਂਸਪੋਰਟ ਮੰਤਰੀ ਨੂੰ ਵੀ ਤਲਬ ਕਰ ਲਿਆ। ਫੈਡਰਲ ਸਰਕਾਰ ਨੇ ਦੱਸਿਆ ਕਿ ਹਾਊਸ ਆਫ ਕਾਮਨਸ ਟਰਾਂਸਪੋਰਟ ਕਮੇਟੀ ਨੇ ਸਰਬਸੰਮਤੀ ਨਾਲ ਵੋਟ ਪਾਉਂਦਿਆਂ ਇਸ ਗੱਲ ਤੇ ਸਹਿਮਤੀ ਜਤਾਈ ਹੈ ਕਿ ਯਾਤਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੀ ਜਾਂਚ ਕੀਤੀ ਜਾਏ। ਇਹਨਾਂ ਵਿੱਚ ਫਲਾਈਟਸ ਡਿਲੇ ਜਾਂ ਕੈਂਸਲ, ਬੈਗ ਗੁਆਚਣ ਅਤੇ ਯਾਤਰੀਆਂ ਦੀਆਂ ਲੰਬੀਆਂ ਲਾਈਨਸ ਲੱਗਣ ਜਿਹੇ ਮੁੱਦੇ ਸ਼ਾਮਲ ਨੇ। ਇਹਨਾਂ ਮੁੱਦਿਆਂ ਕਾਰਨ ਕੈਨੇਡਾ ਦੇ ਹਵਾਈ ਅੱਡਿਆਂ ਤੇ ਲੱਖਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਮੀਦ ਜਤਾਈ ਜਾ ਰਹੀ ਹੈ ਕਿ ਕਮੇਟੀ ਇਸ ਹਫ਼ਤੇ ਦੇ ਅੰਤ ਤੱਕ ਪਹਿਲੀ ਸੁਣਵਾਈ ਕਰੇਗੀ। ਇਸ ਦੌਰਾਨ ਫੈਡਰਲ ਟਰਾਂਸਪੋਰਟ ਮੰਤਰੀ ਤੇ ਮਿਸੀਸਾਗਾ ਸੈਂਟਰ ਤੋਂ MP ਉਮਰ ਵੀ ਕਮੇਟੀ ਸਾਹਮਣੇ ਪੇਸ਼ ਹੋਣਗੇ, ਜਿਨ੍ਹਾਂ ਕੋਲ ਹਵਾਈ ਅੱਡਿਆਂ ਦੀਆਂ ਸਮੱਸਿਆਵਾਂ ਬਾਰੇ ਜਵਾਬ ਮੰਗਿਆ ਜਾਊਗਾ। ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਕੋਵਿਡ-19 ਵੀਜ਼ਾ ਪਾਬੰਦੀਆਂ ਕਾਰਨ ਇੱਥੇ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਪਹਿਲੇ ਬੈਚ ਜਲਦੀ ਆ ਸਕਦੇ ਨੇ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਦੀਆਂ ਇਸ ਦੇਸ਼ ਵਿੱਚ ਆਪਣੇ ਕਾਲਜ ਵਿੱਚ ਦੁਬਾਰਾ ਸ਼ਾਮਲ ਹੋਣ ਲਈ ਉਮੀਦਾਂ ਵਧੀਆਂ ਨੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਨੇ ਨਵਾਂ ਵੀਜ਼ਾ ਖੋਲ੍ਹਣ ਬਾਰੇ ਕੁਝ ਚੀਨੀ ਡਿਪਲੋਮੈਟਸ ਦੁਆਰਾ ਸੋਸ਼ਲ ਮੀਡੀਆ ਪੋਸਟਾਂ ਬਾਰੇ ਪੁੱਛੇ ਜਾਣ ਤੇ ਮੀਡੀਆ ਬਰੀਫਿੰਗ ਦੌਰਾਨ ਦੱਸਿਆ ਕਿ ਅਸੀਂ ਵਿਦੇਸ਼ੀ ਵਿਦਿਆਰਥੀਆਂ ਦੀ ਚੀਨ ਵਾਪਸੀ ਲਈ ਡੂੰਘਾਈ ਨਾਲ ਕੰਮ ਕਰ ਰਹੇ ਹਾਂ ਅਤੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਲਈ ਵੀ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵੈਂਗ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਬਹੁਤ ਜਲਦੀ ਭਾਰਤੀ ਵਿਦਿਆਰਥੀਆਂ ਦੇ ਪਹਿਲੇ ਬੈਚ ਦੀ ਵਾਪਸੀ ਨੂੰ ਦੇਖਾਂਗੇ ਅਤੇ ਅਸੀਂ ਕੋਵਿਡ ਵਿਰੁੱਧ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸੰਬੰਧਿਤ ਕੰਮ ਨਾਲ ਇਸ ਨੂੰ ਜਾਰੀ ਰੱਖਾਂਗੇ। ਇਹ ਪੁੱਛੇ ਜਾਣ ਤੇ ਕਿ ਇੱਥੇ ਭਾਰਤੀ ਦੂਤਘਰ ਵੱਲੋਂ ਵਾਪਸ ਪਰਤਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਬਾਰੇ ਦਿੱਤੀ ਗਈ ਸੂਚੀ ਦੀ ਪ੍ਰਕਿਰਿਆ ਕਿਸ ਪੜਾਅ ਤੇ ਹੈ, ਤਾਂ ਉਹਨਾਂ ਨੇ ਕਿਹਾ ਕਿ ਸੰਬੰਧਿਤ ਜਾਣਕਾਰੀ ਜਲਦੀ ਜਾਰੀ ਕਰ ਦਿੱਤੀ ਜਾਏਗੀ। ਚੀਨ ਇਸ ਸਮੇਂ ਉਹਨਾਂ ਸੈਂਕੜੇ ਭਾਰਤੀ ਵਿਦਿਆਰਥੀਆਂ ਦੀ ਸੂਚੀ ਤੇ ਕਾਰਵਾਈ ਕਰ ਰਿਹਾ ਜੋ ਆਪਣੇ ਕਾਲਜ ਵਿੱਚ ਮੁੜ ਦਾਖਲਾ ਲੈਣ ਲਈ ਦੇਸ਼ ਪਰਤਣਾ ਚਾਹੁੰਦੇ ਨੇ। 23,000 ਤੋਂ ਵੱਧ ਭਾਰਤੀ ਵਿਦਿਆਰਥੀ ਜ਼ਿਆਦਾਤਰ ਮੈਡੀਸਨ ਦੀ ਪੜ੍ਹਾਈ ਕਰ ਰਹੇ ਨੇ। ਕਥਿਤ ਤੌਰ ਤੇ ਕੋਵਿਡ ਵੀਜ਼ਾ ਪਾਬੰਦੀਆਂ ਕਾਰਨ ਘਰ ਵਾਪਸ ਫਸੇ ਹੋਏ ਨੇ। ਚੀਨ ਵੱਲੋਂ ਆਪਣੀ ਪੜ੍ਹਾਈ ਲਈ ਤੁਰੰਤ ਵਾਪਸ ਆਉਣ ਦੇ ਚਾਹਵਾਨ ਦੇ ਨਾਂ ਮੰਗੇ ਜਾਣ ਤੋਂ ਬਾਅਦ ਭਾਰਤ ਨੇ ਕਈ 100 ਵਿਦਿਆਰਥੀਆਂ ਦੀ ਸੂਚੀ ਸੌਂਪੀ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਸ੍ਰੀਲੰਕਾ, ਪਾਕਿਸਤਾਨ, ਰੂਸ ਅਤੇ ਕਈ ਹੋਰ ਦੇਸ਼ਾਂ ਦੇ ਕੁਝ ਵਿਦਿਆਰਥੀ ਚਾਰਟਰਡ ਉਡਾਣਾਂ ਜ਼ਰੀਏ ਪਹੁੰਚੇ। ਚੀਨ ਵੱਖ-ਵੱਖ ਦੇਸ਼ਾਂ ਤੋਂ ਉਡਾਣਾਂ ਦੀ ਆਗਿਆ ਵੀ ਦੇ ਰਿਹਾ, ਪਰ ਅਜੇ ਤੱਕ ਭਾਰਤ ਅਤੇ ਚੀਨ ਵਿਚਾਲੇ ਉਡਾਣਾਂ ਨੂੰ ਖੋਲ੍ਹਣ ਤੇ ਕੰਮ ਨਹੀਂ ਕੀਤਾ ਗਿਆ। ਭਾਰਤ ਅਤੇ ਚੀਨ ਵਿਚਾਲੇ ਉਡਾਣਾਂ 2 ਸਾਲ ਪਹਿਲਾਂ ਕਰੋਨਾ ਵਾਇਰਸ ਮਹਾਮਾਰੀ ਦੇ ਸਿਖਰ ਤੇ ਪਹੁੰਚਣ ਤੋਂ ਬਾਅਦ ਮੁਅੱਤਲ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਸੀਮਤ ਉਡਾਣਾਂ ਨੂੰ ਬਹਾਲ ਕਰਨ ਲਈ ਗੱਲਬਾਤ ਵੀ ਕਰ ਰਹੇ ਨੇ। ਨੇਪਾਲ ਨੇ ਜਾਂਚ ਵਿੱਚ ਕੋਵਿਡ-19 ਪੋਜ਼ਿਟਿਵ ਪਾਏ ਗਏ ਭਾਰਤੀ ਸੈਲਾਨੀਆਂ ਦੇ ਆਪਣੇ ਦੇਸ਼ ਵਿੱਚ ਦਾਖਲ ਨਾ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਜੀ ਹਾਂ, 4 ਭਾਰਤੀ ਸੈਲਾਨੀਆਂ ਨੂੰ ਘਾਤਕ ਕੋਵਿਡ-19 ਸੰਕਰਮਣ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਹਿਮਾਲੀਅਨ ਦੇਸ਼ ਨੇ ਆਪਣੇ ਇੱਥੇ ਕਰੋਨਾ ਵਾਇਰਸ ਸੰਕਰਮਤਾਂ ਦੀ ਸੰਖਿਆ ਲਗਾਤਾਰ ਵਧਣ ਕਾਰਨ ਇਹ ਕਦਮ ਚੁੱਕਿਆ। ਭਾਰਤ ਦੇ 4 ਸੈਲਾਨੀ ਪੱਛਮੀ ਨੇਪਾਲ ਦੇ ਬੈਤਾਡੀ ਜ਼ਿਲ੍ਹੇ ਵਿੱਚ ਜ਼ੂਲਾਘਾਟ ਸਰਹੱਦੀ ਪੁਆਇੰਟ ਰਾਹੀਂ ਨੇਪਾਲ ਵਿੱਚ ਦਾਖਲ ਹੋਏ। ਬੈਤਾਡੀ ਵਿੱਚ ਸਿਹਤ ਦਫ਼ਤਰ ਦੇ ਸੂਚਨਾ ਅਧਿਕਾਰੀ ਵਿਪਨ ਲੇਖਕ ਨੇ ਦੱਸਿਆ ਕਿ 4 ਭਾਰਤੀ ਨਾਗਰਿਕ ਪੋਜ਼ਿਟਿਵ ਪਾਏ ਗਏ ਨੇ, ਜਿਸ ਦੇ ਬਾਅਦ ਉਹਨਾਂ ਨੂੰ ਦੇਸ਼ ਵਾਪਸ ਪਰਤਣ ਲਈ ਕਿਹਾ ਗਿਆ ਹੈ। ਲੇਖਕ ਨੇ ਕਿਹਾ, ਅਸੀਂ ਭਾਰਤੀਆਂ ਦੀ ਕੋਵਿਡ-19 ਜਾਂਚ ਨੂੰ ਵੀ ਤੇਜ਼ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਤੋਂ ਆਏ ਕਈ ਨੇਪਾਲੀ ਨਾਗਰਿਕ ਕੋਵਿਡ-19 ਪੋਜ਼ਿਟਿਵ ਪਾਏ ਗਏ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਭਾਰਤੀ ਸੈਲਾਨੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਤੇ ਰੋਕ ਦਿੱਤਾ ਗਿਆ ਹੈ ਜੋ ਕਰੋਨਾ ਵਾਇਰਸ ਤੋਂ ਪੀੜਤ ਨੇ। ਕੇਂਦਰ ਸਰਕਾਰ ਨੇ ਕਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ 2020 ਵਿੱਚ ਘਰੇਲੂ ਏਅਰਲਾਈਨਸ ਤੇ ਲਗਾਈ ਗਈ ਹਵਾਈ ਕਿਰਾਏ ਦੀ ਸੀਮਾ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਜੀ ਹਾਂ, ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਬੁੱਧਵਾਰ ਨੂੰ ਟਿਕਟਾਂ ਦੀਆਂ ਕੀਮਤਾਂ ਤੇ ਪਾਬੰਦੀ ਹਟਾਉਂਦੇ ਹੋਏ ਕਿਹਾ ਕਿ ਹਵਾਈ ਕਿਰਾਏ ਦੀ ਸੀਮਾ 31 ਅਗਸਤ ਤੋਂ ਹਟਾ ਦਿੱਤੀ ਜਾਏਗੀ। ਹਵਾਬਾਜ਼ੀ ਮੰਤਰਾਲਾ ਦੇ ਅਨੁਸਾਰ ਹਵਾਈ ਕਿਰਾਏ ਦੀ ਸੀਮਾ ਨੂੰ ਹਟਾਉਣ ਦਾ ਫੈਸਲਾ ਰੋਜ਼ਾਨਾ ਦੀ ਮੰਗ ਤੇ ਅਤੇ ATF ਕੀਮਤ ਵਿਸ਼ਲੇਸ਼ਣ ਤੋਂ ਬਾਅਦ ਲਿਆ ਗਿਆ। ਏਅਰ ਕੈਪ ਹਟਾਉਣ ਨਾਲ ਏਅਰਲਾਈਨਸ ਕੰਪਨੀਆਂ ਨੂੰ ਰਾਹਤ ਮਿਲੇਗੀ ਅਤੇ ਉਹ ਉਸ ਹਿਸਾਬ ਨਾਲ ਰੇਟ ਤੈਅ ਕਰ ਸਕਣਗੀਆਂ
ਨਵੀਂ 에ਅਰਲਾਈਨ ਕੰਪਨੀ ਆਕਾਸ਼ਾ 에ਅਰਲਾਈਨ ਨੇ ਟਿਕਟਾਂ ਸਸਤੇ 'ਚ ਵੇਚ ਕੇ ਇੰਡੀਗੋ, ਗੋ ਫਸਟ ਸਮੇਤ 에ਅਰਲਾਈਨਸ ਕੰਪਨੀਆਂ ਵਿਚਾਲੇ ਮੁਕਾਬਲਾ ਵਧਾ ਦਿੱਤਾ ਹੈ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਸਰਕਾਰ ਨੇ 에ਅਰਲਾਈਨਸ ਲਈ ਕਿਰਾਇਆ ਕੈਪ ਸਿਸਟਮ 에ਅਰ ਕੈਪ ਲਾਗੂ ਕੀਤਾ ਸੀ। ਇਸ ਮੁਤਾਬਕ ਸਰਕਾਰ ਹਰ 15 ਦਿਨਾਂ ਬਾਅਦ 에ਅਰਲਾਈਨਸ ਦੇ ਘੱਟੋ ਘੱਟ ਤੇ ਵੱਧ ਤੋਂ ਵੱਧ ਕਿਰਾਏ ਦਾ ਬੈਂਡ ਤੈਅ ਕਰਦੀ ਸੀ। 에ਅਰਲਾਈਨਸ ਆਪਣੇ ਕਿਰਾਏ ਨੂੰ ਇਸ ਬੈਂਡ ਤੇ ਉੱਪਰ ਜਾਂ ਹੇਠਾਂ ਨਹੀਂ ਰੱਖ ਸਕਦੀਆਂ ਨੇ। ਮੰਤਰਾਲਾ ਨੇ ਕੋਵਿਡ-19 ਮਹਾਮਾਰੀ ਦੇ ਕਾਰਨ 2 ਮਹੀਨਿਆਂ ਦੇ ਲਾਕਡਾਊਨ ਤੋਂ ਬਾਅਦ 25 ਮਈ 2020 ਨੂੰ 에ਅਰਲਾਈਨਸ ਦੁਬਾਰਾ ਸ਼ੁਰੂ ਹੋਣ ਤੇ ਉਡਾਣ ਦੀ ਮਿਆਦ ਦੇ ਆਧਾਰ ਤੇ ਘਰੇਲੂ ਹਵਾਈ ਕਿਰਾਏ ਤੇ ਹੇਠਲੀਆਂ ਅਤੇ ਉੱਪਰਲੀਆਂ ਸੀਮਾਵਾਂ ਲਗਾ ਦਿੱਤੀਆਂ ਸਨ। ਇਸ ਦੇ ਤਹਿਤ 에ਅਰਲਾਈਨਸ 40 ਮਿੰਟਾਂ ਤੋਂ ਘੱਟ ਸਮੇਂ ਦੀਆਂ ਘਰੇਲੂ ਉਡਾਣਾਂ ਲਈ 2900 ਰੁਪਏ ਤੋਂ ਘੱਟੋ ਘੱਟ 8800 ਰੁਪਏ ਤੋਂ ਵੱਧ ਕਿਰਾਏ ਤੇ ਯਾਤਰੀ ਤੋਂ ਨਹੀਂ ਵਸੂਲ ਸਕਦੀਆਂ। ਕੋਰੋਨਾ ਵਾਇਰਸ ਮਹਾਮਾਰੀ ਨੇ ਦੇਸ਼ ਦੇ ਹਵਾਬਾਜ਼ੀ ਖੇਤਰ ਨੂੰ ਲਗਭਗ ਤਬਾਹ ਕਰ ਦਿੱਤਾ ਸੀ। ਹਾਲਾਂਕਿ ਹੁਣ ਖੇਤਰੀ ਰਿਕਵਰੀ ਮੋਡ ਵਿੱਚ ਹੈ ਔਰ ਖਾਸ ਤੌਰ ਤੇ ਹਵਾਈ ਯਾਤਰੀਆਂ ਦੇ ਮਾਮਲੇ 'ਚ ਉਛਾਲ ਆਇਆ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਨੂੰ ਉਡਾਣਾਂ ਦੀ ਵੱਧਦੀ ਗਿਣਤੀ ਕਾਰਨ ਹੌਲੀ-ਹੌਲੀ ਅਪਗ੍ਰੇਡ ਕੀਤਾ ਜਾ ਰਿਹਾ, ਜਿਸ ਤਹਿਤ ਹੁਣ ਹਵਾਈ ਅੱਡੇ ਤੇ 10 ਨਵੇਂ 에ਅਰਕ੍ਰਾਫਟ ਪਾਰਕਿੰਗ ਬਣਾਏ ਗਏ ਨੇ ਜੋ ਬਿਲਕੁਲ ਤਿਆਰ ਨੇ। ਹਾਲਾਂਕਿ ਇਹਨਾਂ ਦੀ ਵਰਤੋਂ ਅਜੇ ਸ਼ੁਰੂ ਨਹੀਂ ਹੋਈ ਹੈ। ਇਸ ਦੇ ਲਈ ਹਵਾਬਾਜ਼ੀ ਮੰਤਰਾਲੇ ਤੋਂ ਆਗਿਆ ਦੀ ਉਡੀਕ ਹੈ। 에ਅਰਪੋਰਟ ਅਥਾਰਟੀ ਵੱਲੋਂ ਪ੍ਰੋਜੈਕਟ ਨਾਲ ਸੰਬੰਧਿਤ ਸਾਰੀਆਂ ਰਿਪੋਰਟਾਂ ਮੁੱਖ ਦਫ਼ਤਰ ਨੂੰ ਭੇਜ ਦਿੱਤੀਆਂ ਗਈਆਂ ਸਨ। ਉੱਥੋਂ ਹਰੀ ਝੰਡੀ ਮਿਲਦੇ ਹੀ ਜਹਾਜ਼ ਇੱਥੇ ਖੜੇ ਹੋਣੇ ਸ਼ੁਰੂ ਕਰ ਦਿੱਤੇ ਜਾਣਗੇ। ਇਸ ਵੇਲੇ ਹਵਾਈ ਅੱਡੇ ਤੇ ਇੱਕ ਕਾਰਗੋ ਤੇ 14 에ਅਰ ਪਾਰਕਿੰਗ ਸਟੈਂਡ ਨੇ। ਹੁਣ 10 ਹੋਰ ਨਵੇਂ ਸਟੈਂਡ ਬਣਨ ਲਈ ਇਹਨਾਂ ਦੀ ਗਿਣਤੀ 25 ਹੋ ਜਾਏਗੀ। ਇਸ ਸੰਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਵਿਪਨ ਕਾਂਤ ਸੇਠ ਨੇ ਦੱਸਿਆ ਕਿ ਨਵਾਂ 에ਅਰਕ੍ਰਾਫਟ ਪਾਰਕਿੰਗ ਸਟੈਂਡ ਬਣਾਉਣ ਦੇ ਪ੍ਰੋਜੈਕਟ ਤੇ ਕਰੀਬ 44 ਕਰੋੜ ਰੁਪਏ ਖਰਚ ਕੀਤੇ ਗਏ ਨੇ। ਉਹਨਾਂ ਨੇ ਦੱਸਿਆ ਕਿ ਹੁਣ ਮੌਜੂਦਾ ਸਮੇਂ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਜ਼ਾਨਾ ਕਰੀਬ 6 ਇੰਟਰਨੈਸ਼ਨਲ ਤੇ ਕਰੀਬ 20 ਤੋਂ 22 ਘਰੇਲੂ ਉਡਾਣ ਭਰਦੀਆਂ ਨੇ। ਸੁਤੰਤਰਤਾ ਦਿਵਸ ਦੇ ਮੌਕੇ ਤੇ UAE ਤੋਂ ਭਾਰਤ ਆਉਣ ਵਾਲਿਆਂ ਲਈ ਇੱਕ ਵੱਡੀ ਖਬਰ ਹੈ। ਹਵਾਈ ਜਹਾਜ਼ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ 60% ਤੋਂ ਵੱਧ ਦੀ ਗਿਰਾਵਟ ਆਈ ਹੈ। ਜਿਨ੍ਹਾਂ ਜਹਾਜ਼ਾਂ ਵਿੱਚ ਪਿਛਲੇ ਮਹੀਨੇ ਸੀਟਾਂ ਨਹੀਂ ਸਨ ਉਹ ਹੁਣ ਖਾਲੀ ਨੇ ਅਤੇ ਉਹਨਾਂ ਦੀਆਂ ਕੀਮਤਾਂ ਵੀ ਬਹੁਤ ਘੱਟ ਨੇ। ਟਰੈਵਲ ਕੰਪਨੀਆਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਜਹਾਜ਼ਾਂ ਦੀਆਂ ਕੀਮਤਾਂ 'ਚ ਉਛਾਲ ਆਇਆ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਗਰਮੀਆਂ ਦੀਆਂ ਛੁੱਟੀਆਂ, ਈਦ ਦੀਆਂ ਛੁੱਟੀਆਂ ਅਤੇ ਸੈਰ ਸਪਾਟਾ ਸੀ। ਉਦੋਂ UAE ਤੋਂ ਭਾਰਤ ਜਾਣ ਵਾਲੇ ਜਹਾਜ਼ ਮਹਿੰਗੇ ਸੀ। ਗਰਮੀਆਂ ਦੀਆਂ ਛੁੱਟੀਆਂ ਲਗਭਗ ਖਤਮ ਹੋ ਗਈਆਂ ਨੇ ਤੇ ਜਿਹੜੇ ਪਰਿਵਾਰ ਛੁੱਟੀਆਂ ਮਨਾਉਣ ਗਏ ਸੀ ਉਹ ਵਾਪਸ ਆਉਣ ਦੀ ਤਿਆਰੀ ਕਰ ਰਹੇ ਨੇ। ਭਾਰਤ ਤੋਂ UAE ਤੱਕ ਟਿਕਟਾਂ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਨੇ, ਪਰ ਇਹਨਾਂ ਜਹਾਜ਼ਾਂ ਨੂੰ ਖਾਲੀ ਹੱਥ ਵਾਪਸ ਨਹੀਂ ਭੇਜਿਆ ਜਾ ਸਕਦਾ, ਤਾਂ ਇਸ ਲਈ UAE ਤੋਂ ਭਾਰਤ ਦੀ ਟਿਕਟ ਦੀ ਕੀਮਤ ਵਿੱਚ ਗਿਰਾਵਟ ਹੈ। ਇਹ ਸਭ ਤੋਂ ਵੱਡਾ ਕਾਰਨ ਹੈ। ਉਹਨਾਂ ਨੇ ਕਿਹਾ ਕਿ ਇਸ ਗਰਮੀ UAE ਤੋਂ ਭਾਰਤ ਦੀ ਉਡਾਨ ਟਿਕਟ ਦੀ ਔਸਤ ਕੀਮਤ 400 ਦਰਹਮ ਤੋਂ 700 ਦਰਹਮ ਤੱਕ ਹੈ। ਪਿਛਲੇ ਮਹੀਨੇ ਵਿੱਚ ਇਹ ਕੀਮਤ 1200 ਦਰਹਮ ਤੋਂ 1700 ਦਰਹਮ ਤੱਕ ਸੀ। ਸਕਾਈ ਸਕੈਨਰ ਦੇ ਅਨੁਸਾਰ ਅਗਸਤ ਵਿੱਚ ਦੁਬਈ ਤੋਂ ਬੰਬਈ ਦੀ ਉਡਾਣ ਦੀ ਕੀਮਤ 271 ਦਰਹਮ, ਦੁਬਈ ਤੋਂ ਦਿੱਲੀ ਦੀ ਉਡਾਣ ਦੀ ਕੀਮਤ 282 ਦਰਹਮ ਅਤੇ ਦੁਬਈ ਤੋਂ ਹੈਦਰਾਬਾਦ ਤੇ ਚੇਨਈ ਲਈ 320 ਦਰਹਮ ਰੁਪਏ ਸੀ। ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਯੂਨਾਨੀ ਅਧਿਕਾਰੀਆਂ ਨੇ ਕਾਰਪਾਥੋਸ ਟਾਪੂ ਦੇ ਪੂਰਬ ਵੱਲੋਂ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ। ਕੋਸਟ ਗਾਰਡ ਨੇ ਕਿਹਾ ਕਿ ਬਚਾਏ ਗਏ ਸਾਰੇ ਲੋਕ ਅਫਗਾਨਿਸਤਾਨ, ਇਰਾਕ ਅਤੇ ਈਰਾਨ ਦੇ ਨਿਵਾਸੀ ਨੇ। ਬਚਾਏ ਗਏ ਲੋਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਕਿਸ਼ਤੀ ਤੇ ਕਰੀਬ 60 ਤੋਂ 80 ਲੋਕ ਸਵਾਰ ਸੀ। ਉਹਨਾਂ ਨੇ ਕਿਹਾ ਕਿ ਬਚਾਏ ਗਏ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਅੰਤਾਲੀਆ ਖੇਤਰ ਤੋਂ ਇਟਲੀ ਲਈ ਰਵਾਨਾ ਹੋਈ। ਤੱਟ ਰੱਖਿਅਕ ਨੇ ਕਿਹਾ ਕਿ 2 ਤੱਟ ਰੱਖਿਅਕ ਗਸ਼ਤੀ ਕਿਸ਼ਤੀਆਂ, ਇੱਕ ਨੇਵੀ ਜਹਾਜ਼, ਇੱਕ ਹਵਾਈ ਸੈਨਾ ਦਾ ਹੈਲੀਕਾਪਟਰ ਅਤੇ ਘੱਟੋ ਘੱਟ 3 ਛੋਟੀਆਂ ਕਿਸ਼ਤੀਆਂ ਨੂੰ ਖੋਜ ਅਤੇ ਬਚਾਅ ਕਾਰਜ ਲਈ ਸੇਵਾ ਵਿੱਚ ਲਗਾਇਆ ਗਿਆ ਹੈ। ਇਹ ਸਨ ਇਸ ਹਫ਼ਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਅਗਲੇ ਹਫ਼ਤੇ ਫਿਰ ਤੋਂ ਹਾਜ਼ਰ ਹੋਵਾਂਗੇ ਬਹੁਤ ਸਾਰੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਜਾਣਕਾਰੀ ਲੈ ਕੇ। ਹੁਣ ਫਿਲਹਾਲ ਬਰਨ ਕੌਰ ਮਾਨ ਨੂੰ ਦਿਓ ਆਗਿਆ ਤੇ ਦੇਖਦੇ ਰਹੋ ਪੰਜਾਬ ਮੇਲ USA TV ਔਰ ਸਾਡਾ YouTube ਚੈਨਲ ਪੰਜਾਬ ਮੇਲ USA TV ਦੇ ਨਾਮ ਨਾਲ ਹੈ ਜੋ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਸਤਿ ਸ਼੍ਰੀ ਅਕਾਲ।